ਤੇ ਮੈਂ ਬਹੁਤ ਇਲਜ਼ਾਮ ਲਾਏ ਆ। ਮੈਨੂੰ ਕੋਰਟ 'ਚ ਖਿੱਚਣਾ ਚਾਹੀਦਾ ਹੈ, ਪਾਕ ਸਾਫ਼ ਹੈ ਤਾਂ ਜਿਹੜੀ ਇਹਦੀ ਕੰਮ ਕਰਨ ਦੀ ਕਲਾ ਉਹ ਡਾਕੂਆਂ ਤੋਂ ਘੱਟ ਨਹੀਂ ਹੈ। ਵੀ ਸਿੰਗਲਾ ਸਾਹਿਬ ਚੁੱਪ ਕਰਕੇ ਬਹਿ ਜਾਓ, ਬਹੁਤ ਵੱਡੇ ਆਦਮੀ ਆ, ਤੁਹਾਡਾ ਨੁਕਸਾਨ ਕਰ ਦੇਣਗੇ। ਨਮਸਕਾਰ ਜੀ, OMG ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਆਪਣੇ ਸ਼ਹਿਰ ਦੇ ਵਿੱਚ ਜਾਂ ਕਿਤੇ ਬਾਹਰ ਵੀ ਜਿੱਥੇ ਸਿਆਸਤਦਾਨਾਂ ਦੇ ਆਪਸੀ ਜਿਹੜੀ ਰੰਜਿਸ਼ ਲਾ ਲਓ ਜਾਂ ਸਿਆਸੀ ਦੁਸ਼ਮਣੀ ਲਗਾ ਲਓ, ਉਹ ਚੱਲਦੀ ਰਹਿੰਦੀ ਹੈ। 2 ਜਾਂ 3 ਆਗੂ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜਾ ਵੀ ਉਹ ਭਾਵੇਂ ਸੱਤਾ ਦੇ ਵਿੱਚ ਹੋਵੇ ਭਾਵੇਂ ਉਹ ਨਾ ਹੋਵੇ, ਤੇ ਇਹ ਚੱਲਦਾ। ਪਰ ਖਾਸ ਕਰ ਇਹ ਹੁੰਦਾ ਵੀ ਜਿਹੜਾ ਸੱਤਾ 'ਚ ਹੋਵੇ ਉਹਦੀ ਖੁੰਦਕ ਦੁਸ਼ਮਣੀ ਹੋਰਾਂ ਲੀਡਰਾਂ ਨਾਲ ਚੱਲਦੀ ਰਹਿੰਦੀ ਹੈ, ਜਿਹੜੇ ਕਿ ਲੀਡਰ ਉਸ ਤੋਂ ਹਾਰ ਗਏ ਹੁੰਦੇ ਨੇ ਜਾਂ ਜਿੱਤ ਗਏ ਹੁੰਦੇ ਨੇ ਜਿਸ ਤਰ੍ਹਾਂ ਦਾ। ਪਰ ਇੱਥੇ ਬਠਿੰਡਾ ਸ਼ਹਿਰ ਦੀ ਕੁਛ ਇਹ ਸਿਆਸੀ ਦੁਸ਼ਮਣੀ ਇਸ ਤਰ੍ਹਾਂ ਦੀ ਹੈ ਕਿ ਸਰੂਪ ਸਿੰਗਲਾ ਜੀ ਤੇ ਆਪਣੇ ਜਿਹੜੇ ਫਾਈਨਾਂਸ ਮਿਨਿਸਟਰ ਰਹੇ ਨੇ ਮਨਪ੍ਰੀਤ ਬਾਦਲ ਜੀ, ਇਹਨਾਂ ਦੀ ਆਪਸੀ ਜਿਹੜੀ ਖੁੰਦਕ ਕਹਿ ਸਕਦੇ ਹੋ ਲੰਮਾ ਟਾਈਮ ਚੱਲਦੀ ਰਹੀ ਆ, ਤੇ ਉਹ ਹਜੇ ਵੀ ਖਤਮ ਨਹੀਂ ਹੋਈ। ਪਿਛਲੇ ਦਿਨੀ ਸਿੰਗਲਾ ਜੀ ਨੇ ਬਾਦਲ ਸਾਹਿਬ ਦੀ ਸ਼ਿਕਾਇਤ ਕੀਤੀ ਸੀ, ਉਹਦੇ ਸੰਬੰਧ 'ਚ ਕਾਫੀ ਇਹ ਮਾਮਲਾ ਚਰਚਾ 'ਚ ਰਿਹਾ ਕਿ ਵਿਜੀਲੈਂਸ ਸ਼ਿਕਾਇਤ ਕੀਤੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਰਿਐਕਟ ਕੀਤਾ, ਤਾਂ ਹੁਣ ਇਹ ਵੀ ਪਤਾ ਲੱਗਿਆ ਕਿ ਉਹਨਾਂ ਵੱਲੋਂ ਕੋਈ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ, ਜਿਸ ਤਰ੍ਹਾਂ ਕਿ ਸਿੰਗਲਾ ਜੀ ਦਾ ਦੋਸ਼ ਹੈ ਜਾਂ ਹੋਰ ਮਤਲਬ ਇਹ ਚਰਚਾ 'ਚ ਆਈ ਹੈ ਗੱਲ ਕਿ ਮਿਸਟਰ ਬਾਦਲ ਧਮਕੀਆਂ ਦੇ ਰਹੇ ਨੇ ਪੱਤਰਕਾਰਾਂ ਨੂੰ ਵੀ ਤੇ ਸਰੂਪ ਸਿੰਗਲਾ ਨੂੰ ਵੀ। ਸਰੂਪ ਸਿੰਗਲਾ ਜੀ ਸਾਡੇ ਨਾਲ ਨੇ। ਸਿੰਗਲਾ ਜੀ, ਤੁਹਾਡਾ ਸਵਾਗਤ ਹੈ। ਤੇ ਇਹ ਕੀ ਮਾਮਲਾ ਹੈ, ਥੋੜ੍ਹਾ ਜਿਹਾ ਤੁਹਾਨੂੰ ਸ਼ੁਰੂ ਤੋਂ ਵਿਸਤਾਰ ਨਾਲ ਦੱਸ ਦਿਓਗੇ ਦਰਸ਼ਕਾਂ ਨੂੰ? ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂ ਤੁਹਾਡਾ ਤੇ ਤੁਹਾਡੇ ਚੈਨਲ OMG ਦਾ, ਜਿਨ੍ਹਾਂ ਨੇ ਅੱਜ ਮੈਨੂੰ ਟਾਈਮ ਦਿੱਤਾ ਹੈ। ਔਰ ਜੋ ਗੱਲ ਤੁਸੀਂ ਕਰ ਰਹੇ ਹੋ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੀ, ਹਾਂਜੀ, ਔਰ ਤੁਸੀਂ ਇਹ ਕਿਹਾ ਹੈ ਕਿ ਸਿਆਸੀ ਖੁੰਦਕ ਜਾਂ ਸਿਆਸੀ ਦੁਸ਼ਮਣੀ, ਹਾਂਜੀ, ਮੇਰਾ ਖਿਆਲ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ 62 ਸਾਲ ਦੀ ਉਮਰ ਮੇਰੀ ਹੋ ਗਈ, 20-22 ਸਾਲ ਮੈਨੂੰ ਸਿਆਸਤ ਦੇ ਵਿੱਚ ਹੋ ਗਏ, ਹਾਂਜੀ, ਤੇ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ ਸਿਆਸੀ ਸ਼ਬਦ ਵੀ ਵਰਤਿਆ ਨਹੀਂ, ਹਾਂ, ਮੈਂ ਸਮਝਦਾ, ਮੈਂ ਸਿਆਸੀ ਦੁਸ਼ਮਣੀ ਵੀ ਨਹੀਂ ਹੈ। ਹਾਂਜੀ, ਬਹੁਤ ਮੇਰੇ ਮਿੱਤਰ ਨੇ ਪੋਲੀਟਿਕਸ ਦੇ ਵਿੱਚ, ਕਾਂਗਰਸ ਪਾਰਟੀ 'ਚ ਵੀ ਨਹੀਂ ਹੈ, ਆਪ ਦੇ ਵਿੱਚ ਵੀ ਹੈ, ਹਾਂਜੀ, ਅਕਾਲੀ ਦਲ 'ਚ ਵੀ ਹੈ, ਹੁਣ ਭਾਰਤੀ ਜਨਤਾ ਪਾਰਟੀ 'ਚ ਵੀ ਹੈ। ਹਾਂਜੀ, ਕਿ ਜਿਹੜੇ ਬਹੁਤ ਲੋਕ ਹੈ, ਜਿਹੜਾ ਇਹ ਸਿਆਸੀ ਜੀਵਨ ਹੈ, ਹਾਂਜੀ, ਇਹ ਸੇਵਾ ਭਾਵਨਾ ਵਾਲਾ ਕੈਰੀਅਰ ਹੈ। ਬਿਲਕੁਲ, ਬਿਲਕੁਲ ਜੀ, ਬਿਲਕੁਲ। ਤੇ ਸੇਵਾ ਕਰਨੀ ਪਰਮਾਤਮਾ ਦੀ ਬਖਸ਼ਿਸ਼ ਆ, ਮਿਲਦੀ ਹੈ। ਸਾਨੂੰ ਸੇਵਾ ਮਿਲੀ ਹੈ, ਅਸੀਂ ਸੇਵਾ ਕਰ ਰਹੇ ਹਾਂ। ਹਾਂਜੀ, ਮੇਰੀ ਬਾਦਲ ਸਾਹਿਬ ਨਾਲ, ਮਨਪ੍ਰੀਤ ਬਾਦਲ ਨਾਲ ਕੋਈ ਦੁਸ਼ਮਣੀ ਨਹੀਂ ਹੈ, ਮੇਰੀ ਕੋਈ ਸਿਆਸੀ ਦੁਸ਼ਮਣੀ ਵੀ ਨਹੀਂ ਹੈ। ਹਾਂਜੀ, ਪਰ ਮਨਪ੍ਰੀਤ ਸਿੰਘ ਬਾਦਲ ਜਿਹੜੀ ਉਹਦੀ ਕੰਮ ਕਰਨ ਦੀ ਸ਼ੈਲੀ ਹੈ, ਜਾਂ ਉਹਨੇ ਬਠਿੰਡਾ ਦਾ MLA ਹੁੰਦਿਆਂ 5 ਸਾਲ ਜੋ ਕੰਮ ਕੀਤਾ ਹੈ, ਮੈਂ ਉਹ ਕਹਿ ਸਕਦਾ ਹਾਂ ਤੇ ਮੈਂ ਸਾਬਤ ਵੀ ਕਰ ਸਕਦਾ, ਤੇ ਮੈਂ ਬਹੁਤ ਇਲਜ਼ਾਮ ਲਾਏ ਆ ਹਾਂਜੀ, ਮਨਪ੍ਰੀਤ ਬਾਦਲ ਤੇ। ਬਿਲਕੁਲ ਜੀ, ਬਿਲਕੁਲ। ਪਰ ਉਹਨੇ ਲੋਕਾਂ ਨੂੰ ਗੱਲ ਕਰਦਾ ਹੈ ਕਿ ਅਸੀਂ ਮਤਲਬ ਕੋਰਟ ਦੇ ਵਿੱਚ ਖਿੱਚਾਂਗੇ। ਹਾਂਜੀ, ਹਾਂਜੀ, ਤੇ ਮੈਂ ਤਾਂ ਪਰਸਨਲ ਦੋਸ਼ ਲਾ ਰਿਹਾ, ਮੈਨੂੰ ਕੋਰਟ 'ਚ ਪਰ ਕਿਉਂ ਨਹੀਂ ਖਿੱਚਦੇ ਇਹ? ਮੈਨੂੰ ਕੋਰਟ 'ਚ ਖਿੱਚਣਾ ਚਾਹੀਦਾ ਹੈ, ਪਾਕ ਸਾਫ਼ ਹੈ ਤਾਂ। ਬਿਲਕੁਲ ਜੀ। ਗੱਲ ਇਹ ਹੈ ਕਿ ਮਨਪ੍ਰੀਤ ਬਾਦਲ ਹਾਂਜੀ, ਇਸ ਤਰ੍ਹਾਂ ਦਾ ਲੀਡਰ ਹੈ, ਇਹ ਰਾਜਨੀਤਿਕ ਜਿਹੜਾ ਉਹਨੇ ਪਾਇਆ ਵਾ ਚੋਲਾ, ਤਾਂ ਜਿਹੜੀ ਇਹਦੀ ਕੰਮ ਕਰਨ ਦੀ ਕਲਾ ਉਹ ਡਾਕੂਆਂ ਤੋਂ ਘੱਟ ਨਹੀਂ ਹੈ। ਤੇ ਬਠਿੰਡੇ ਸ਼ਹਿਰ ਦੇ ਵਿੱਚ 5 ਸਾਲ ਇਹਨੇ ਜਦੋਂ ਸਿਆਸਤ ਦੇ ਵਿੱਚ ਰਹਿੰਦਿਆਂ, ਭਾਵੇਂ ਪਹਿਲਾਂ ਅਕਾਲੀ ਦਲ 'ਚ ਵੀ ਸੀ, ਉਦੋਂ ਉਸ ਟਾਈਮ 'ਤੇ ਬਠਿੰਡੇ 'ਚ ਪਲਾਟਾਂ 'ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਸੀ। ਇੱਥੇ BJP ਦੇ ਕੌਂਸਲਰ ਹੈ ਭੈਣ ਜੀ ਮਾਂਗਟ, ਹਾਂਜੀ, ਹਾਂਜੀ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ। ਠੀਕ ਹੈ ਜੀ। ਮੈਂ ਅਕਾਲੀ ਦਲ ਦੇ ਵਿੱਚ ਵੀ ਉਸ ਟਾਈਮ ਦੇ ਉੱਤੇ ਇਸੇ ਤਰ੍ਹਾਂ ਪੇਸ਼ ਆਇਆ ਸੀ। ਅੱਛਾ, ਤੁਸੀਂ ਉਦੋਂ ਵੀ ਵਿਰੋਧ ਕੀਤਾ ਸੀ? ਹਾਂ, ਹਾਂ। ਤੇ ਹੁਣ ਵੀ ਮੈਂ ਦੁੱਖ ਹੁੰਦਾ ਕਿ ਆਪਦੇ ਆਪ ਨੂੰ ਇੱਕ ਐਡੇ ਵੱਡੇ ਕੱਦ ਦਾ ਲੀਡਰ ਮੰਨਦਾ ਇਹ,
ਹਾਂਜੀ ਹਾਂਜੀ ਮੈਂ ਨਹੀਂ ਮੰਨਦਾ। ਮੈਂ ਮੰਨਦਾ ਕਿ ਤਾਏ ਕਰਕੇ ਕੜਾ ਲੋਟ ਆਇਆ ਵਾ ਸੀ ਇਹਦੇ। ਠੀਕ ਠੀਕ ਹੈ। ਠੀਕ ਹੈ, ਇਹ ਲੀਡਰ ਨਹੀਂ ਹੈ। ਇਹਦੀ ਦੁਕਾਨਦਾਰੀ ਬਣਾਈ ਹੋਈ ਹੈ। ਬਠਿੰਡੇ ਦੇ ਵਿੱਚ ਗਰੀਬਾਂ ਨੂੰ ਮਿਲ ਰਹੀ ਕਣਕ ਤੋਂ ਲੈ ਕੇ ਜਿੱਥੇ ਵੀ ਇਹਦਾ ਹੱਥ ਪਿਆ ਹੈ, ਇਹਨੇ ਕਿਸੇ ਨੂੰ ਬਖਸ਼ਿਆ ਹੀ ਨਹੀਂ ਹੈ ਕਰਪਸ਼ਨ ਕਰਨ ਦੇ ਵਿੱਚ। ਪਰ ਉਹ ਦਾਅਵਾ ਤਾਂ ਕਰਦੇ ਰਹੇ ਨੇ ਵੀ ਬਹੁਤ ਕੰਮ ਕੀਤੇ ਨੇ, ਲੋਕਾਂ ਦੀ ਸੇਵਾ ਕੀਤੀ ਹੈ, ਸ਼ਹਿਰ ਦਾ ਕੰਮ ਕੀਤਾ ਹੈ। ਪਰ ਆਪਾਂ ਇਸ ਮੁੱਦੇ ਦੀ ਬਜਾਏ ਆਪਾਂ ਉਸ ਤੇ ਆਈਏ ਕਿ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਹੈ। ਮੈਂ ਸ਼ਿਕਾਇਤ ਵੀ ਤਾਂ ਹੀ ਕੀਤੀ ਤਾਂ ਤੁਸੀਂ ਪੰਗਾ ਖੜਾ ਕਰਤਾ, ਵਿੱਚ ਸਿਆਸੀ ਦੁਸ਼ਮਣੀ ਕਹਿੰਦਾ ਮੈਨੂੰ ਤਾਂ ਕਹਿਣਾ ਪਿਆ। ਠੀਕ ਹੈ ਨਾ, ਮੇਰੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ, ਪਰ ਜਿਹੜਾ ਮੇਰੇ ਬਠਿੰਡੇ ਦੇ ਲੋਕਾਂ ਨਾਲ, ਦੇਖੋ ਮੇਰੇ ਬਠਿੰਡੇ ਦੇ ਲੋਕਾਂ ਦੇ ਨਾਲ ਹਾਂਜੀ ਧੋਖਾ ਕੀਤਾ ਹੈ, ਪਲਾਟਾਂ ਦੇ ਕਬਜ਼ੇ ਕੀਤੇ ਹੈ, ਉਹ ਕੁਛ ਕੀਤਾ ਹੈ ਸੋਲਰ ਲੱਗਣੇ ਕਿਸੇ ਦੀ ਲਾ ਕਿਸੇ ਦੇ ਹੋਰ ਦਿੱਤੇ। ਇਸੇ ਪੰਜਾਬ ਨਿਰਮਾਣ ਦੀ ਸਕੀਮ ਦੇ ਤਹਿਤ ਪੈਸੇ ਆਏ, ਗਰੀਬਾਂ ਨੂੰ ਮਿਲੇ ਨਹੀਂ, ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਗਏ, ਉਹਦਾ ਵੀ ਆਪਣਾ ਮਾਮਲਾ ਹੋਊਗਾ। ਅਤੇ ਉਹ ਮੈਂ ਕੰਪਲੇਂਟ ਕੀਤੀ ਹੈ। ਮੇਰਾ ਮਕਸਦ ਇਹ ਹੈ ਕਿ ਪੋਲੀਟਿਕਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਨੰਗੇ, ਇਹਨਾਂ ਨੂੰ ਕਰਨਾ ਚਾਹੀਦਾ ਹੈ। ਇਸ ਕਰਕੇ ਮੈਂ ਕੰਪਲੇਂਟ ਕੀਤੀ ਹੈ। ਆਉਣ ਵਾਲੇ ਟਾਈਮ 'ਚ ਹੋਰ ਵੀ ਕੰਪਲੇਂਟਾਂ ਮੈਂ ਕਰਨੀਆਂ। ਹਾਂਜੀ ਹਾਂਜੀ ਠੀਕ ਹੈ, ਮੈਂ ਇਹ ਕੰਪਲੇਂਟ ਕੀਤੀ ਹੈ, ਮੈਂ ਕੰਪਲੇਂਟ ਕਰਦਾ ਰਹੂੰਗਾ। ਔਰ ਮੈਨੂੰ ਧਮਕੀ ਉਸ ਤਰ੍ਹਾਂ ਹੁੰਦੀ ਹੈ ਨਾ, ਡਿਮੋਰਲਾਈਜ਼ ਕਰਨਾ, ਜਿਵੇਂ ਮੈਨੂੰ ਕੋਈ ਬੰਦਾ ਜਾਣਦਾ, ਹਾਂਜੀ ਉਹਨੂੰ ਵੀ ਬੰਦਾ ਜਾਣਦਾ, ਹਾਂਜੀ ਹਾਂਜੀ ਉਹਦੇ ਕੋਲ ਹੀ ਜਾਂਦਾ, ਮੇਰੇ ਕੋਲ ਵੀ ਜਾਂਦਾ, ਉਹਦੇ ਰਾਹੀਂ ਸੁਨੇਹਾ ਆਉਣਾ ਅੱਛਾ ਵੀ ਸਿੰਗਲਾ ਸਾਹਿਬ ਚੁੱਪ ਕਰਕੇ ਬਹਿ ਜਾਓ, ਬਹੁਤ ਵੱਡੇ ਆਦਮੀ ਆ, ਤੁਹਾਡਾ ਨੁਕਸਾਨ ਕਰ ਦੇਣਗੇ। ਅੱਛਾ, ਉਸ ਬੰਦੇ ਨੇ ਤੁਹਾਨੂੰ ਕਿਹਾ ਹਾਂ ਕਿ ਤੁਹਾਡਾ ਨੁਕਸਾਨ ਕਰ ਦੇਣਗੇ। ਮੈਂ ਉਹਨੂੰ ਕਿਹਾ ਗੱਲ ਆ ਸਰ ਕੀ ਪਤਾ ਇਹ ਕੀ ਪਤਾ ਉਹ ਬੰਦਾ ਆਪਦੇ ਕੋਲੋਂ ਸਲਾਹ ਦਿੰਦਾ ਹੋਵੇ, ਜਿਹੜਾ ਬੰਦਾ ਕਾਮਨ ਪਰਸਨ ਹੈ ਤੁਹਾਡਾ, ਵੀ ਆਪਾਂ ਇਹ ਨਹੀਂ ਮੰਨ ਸਕਦੇ ਵੀ ਕੀ ਪਤਾ ਉਹਨੇ ਆਪਦੀ ਸਲਾਹ ਦਿੱਤੀ ਹੋਵੇ। ਨਹੀਂ ਸਲਾਹ ਨਹੀਂ, ਪੂਰੀ ਸਲਾਹ ਕਰਕੇ ਆਇਆ ਉੱਥੋਂ। ਅੱਛਾ, ਪ੍ਰੋਪਰ ਤੁਹਾਨੂੰ ਲੱਗਿਆ ਵੀ ਧਮਕੀ ਹੋਈ ਸੀ। ਹਾਂ, ਅਤੇ ਉਹ ਆਇਆ, ਜਿਹਦੇ ਕਿਤੇ ਨਾ ਦਾ ਖੁਲਾਸਾ ਕਰਨ ਦਾ ਲੋੜ ਤਾਂ ਵੀ ਕਰ ਦਿਆਂਗੇ, ਆਪਾਂ ਕਿਹੜਾ ਇੱਥੇ ਕਾਣੇ ਆ ਕਿਸੇ ਦੇ। ਮੈਂ ਕਹਿਣਾ ਅੱਜ ਹੀ ਕਰ ਦਿਓ। ਨਹੀਂ ਐ ਨਹੀਂ ਕਰਨਾ, ਤੇ ਉਹ ਲੀਡਰ ਦੱਸਾਂਗੇ ਉਹ ਬੰਦਾ ਅਕਾਲੀ ਦਲ 'ਚ ਹੈ ਜਾਂ ਕਾਂਗਰਸ 'ਚ ਹੈ? ਨਹੀਂ ਉਹ ਕਿਸੇ ਪਾਰਟੀ 'ਚ ਨਾਨੀ ਔਰ ਲਿੰਕ ਹੈਗਾ ਉਹਦਾ। ਅੱਛਾ ਵੀ ਜੇ ਲੋੜ ਪਈ ਤਾਂ ਉਹਦਾ ਖੁਲਾਸਾ ਵੀ ਕਰ ਸਕਦੇ ਹੋ? ਕਰਦੇ ਆ ਜਦੋਂ ਮਰਜ਼ੀ, ਜਿੱਦੇ ਕਿਤੇ ਲੋੜ ਪਈ ਤਾਂ ਕਰ ਵੀ ਦੇਵਾਂਗੇ। ਇਹ ਗੱਲ ਪਰ ਮੈਂ ਅੱਜ ਕੋਈ ਕੰਪਲੇਂਟ ਨਹੀਂ ਕੀਤੀ ਹੈ। ਓਕੇ ਨਾ ਮੈਂ ਐਸਐਸਪੀ ਨੂੰ ਕੰਪਲੇਂਟ ਕੀਤੀ ਹੈ, ਇਸ ਧਮਕੀ ਦੀ ਕੰਪਲੇਂਟ ਨਹੀਂ ਕੀਤੀ? ਨਾ ਮੈਂ ਕਰਾਂ। ਅੱਛਾ, ਨਾ ਮੈਨੂੰ ਲੋੜ ਹੈ, ਨਾ ਮੈਂ ਡਰਾਂ। ਓਕੇ, ਮੈਂ ਇੱਕੋ ਤੋਂ ਡਰਦਾ ਜਿਹਨੇ ਸਾਨੂੰ ਪੈਦਾ ਕੀਤਾ, ਜਿਹਨੇ ਭੇਜਿਆ, ਅਤੇ ਜਿਹਦੇ ਹੱਥ ਜਾਣ ਹੈ, ਜਦੋਂ ਉਹਨੇ ਸਾਨੂੰ ਲੈ ਕੇ ਲੈ ਜਾਣਾ, ਮੈਂ ਤਾਂ ਉਸੇ ਤੋਂ ਡਰਦਾ। ਅਤੇ ਮੈਨੂੰ ਅੱਜ ਤੱਕ ਜੋ ਮੈਨੂੰ ਮਿਲਿਆ, ਮੈਂ ਕਹਿ ਸਕਦਾ ਕਿ ਮੈਂ ਭਾਗਾਂ ਵਾਲਾ ਹੈ ਵੀ ਜਿਹੜਾ ਕੁਛ ਮੈਨੂੰ ਪਰਮਾਤਮਾ ਤੋਂ ਮਿਲਿਆ, ਅਤੇ ਮੈਂ ਉਹਦੇ ਪਰਮਾਤਮਾ ਡਰਦਾ। ਮੈਂ ਇਹਨਾਂ ਦੀਆਂ ਗਿੱਦੜ ਭਮਕੀਆਂ ਤੋਂ ਡਰਨ ਵਾਲਾ ਨਹੀਂ। ਹਾਂ, ਜੋ ਇਹਨਾਂ ਨੇ ਕੀਤਾ ਹੈ, ਮੈਂ ਇਹ ਦਾਅਵਾ ਕਰ ਸਕਦਾ ਕਿ ਇੱਕ ਦਿਨ ਹਾਂਜੀ ਇਹਦਾ ਇੰਜਾਮ ਆਏਗਾ, ਜਿਹੜਾ ਲੋਕਾਂ ਨਾਲ ਕੀਤਾ ਹੈ ਉਹ ਭੁਗਤਣਾ ਪਏਗਾ। ਔਰ ਇੱਕ ਸਬਕ ਜਿਹੜੇ ਹੈਗੇ ਸਾਡੀ ਸਿਆਸੀ ਜਮਾਤ ਵਾਸਤੇ ਹੋਏਗਾ ਕਿ ਜੇ ਮਾੜਾ ਕਰਦੇ ਹੋ ਤਾਂ ਜ਼ਰੂਰ ਦੇਣਾ ਪੈਂਦਾ। ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਕੋਈ ਕਿਸੇ ਨੂੰ, ਪੱਤਰਕਾਰਾਂ ਨੂੰ ਵੀ ਧਮਕੀਆਂ ਦਿੱਤੀਆਂ, ਕੋਈ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਦੇਖੋ, ਉਹ ਇਹਨਾਂ ਦੀ ਇੱਕ ਕੰਮ ਕਰਨ ਦੀ ਸ਼ੈਲੀ ਹੈ। ਗਿੱਦੜਬਾਹਾ ਸੀ, ਲੋਕਾਂ ਨੂੰ ਕੁੱਟ ਕੇ ਡਰਾ ਕੇ ਰੱਖਣਾ। ਠੀਕ ਹੈ, ਬਠਿੰਡੇ ਦੇ ਵਿੱਚ ਸੀ, ਉਹਨਾਂ ਨੂੰ ਕੁੱਟ ਕੇ ਡਰਾ ਕੇ ਰੱਖਣਾ, ਆਪਦੇ ਡੀਐਸਪੀ ਲਿਆ ਕੇ ਰੱਖਣਾ। ਤੁਸੀਂ ਯਾਰ ਇੱਕ ਮੈਨੂੰ ਇਹ ਦੱਸੋ ਕਿ ਇਹਨਾਂ ਦਾ ਲਾਇਆ ਵਾ ਥਾਣੇਦਾਰ, ਅਤੇ ਉਹਨੇ ਚੱਕ ਕੇ ਡੀਐਸਪੀ ਅੰਦਰ ਦੇਤਾ, ਅਤੇ ਡੀਐਸਪੀ ਅੰਦਰ ਦੇਤਾ, ਕੋਰਟ ਇਹ ਕਹਿੰਦੀ ਹੈ ਵੀ ਇਹ ਦੋਸ਼ੀ ਨਹੀਂ ਹੈ, ਇਹ ਤਾਂ ਮਤਲਬ ਵਿਕਟਮ ਹੈ ਇਹ। ਠੀਕ ਹੈ, ਮਤਲਬ ਕੋਰਟ ਨੇ ਕਿਹਾ ਹੈ ਕਿ ਉਸ ਐਸਐਚਓ 'ਤੇ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ। ਬਿਲਕੁਲ, ਮਤਲਬ ਇਹ ਮਨਪ੍ਰੀਤ ਬਾਦਲ ਸਾਹਿਬ ਦੇ ਟਾਈਮ ਦੀਆਂ ਗੱਲਾਂ ਹੈ ਨਹੀਂ? ਤੁਸੀਂ ਉਹ ਵੀ ਦੇਖਿਆ ਕਿ ਮਨਪ੍ਰੀਤ ਦੇ ਬਾਦਲ ਸਾਹਿਬ ਦੇ ਰਾਜ 'ਚ ਜਦੋਂ ਸਾਡੇ ਵਪਾਰੀ ਨੂੰ ਚੱਕ ਕੇ ਲੈ ਗਏ ਸੀ ਰਾਤ ਨੂੰ, ਅਤੇ ਮੈਂ ਥਾਣਾ ਘੇਰਿਆ ਸੀ, ਅਤੇ ਡੀਐਸਪੀ ਨੇ ਓਪਨ ਮੀਡੀਆ ਦੇ ਸਾਹਮਣੇ ਮਾਫੀ ਮੰਗੀ ਸੀ ਵੀ ਇਹ ਗਲਤ ਹੋਇਆ। ਹਾਂਜੀ ਹਾਂਜੀ, ਤਾਂ ਮੈਂ ਕਹਿ ਸਕਦਾ ਕਿ ਇਹਨਾਂ ਲੋਕਾਂ ਤੋਂ ਅਸੀਂ ਇਨਸਾਫ ਦੀ ਉਮੀਦ ਨਹੀਂ ਕਰ ਸਕਦੇ। ਅੱਛਾ, ਮਤਲਬ ਇਹ ਇਹਨਾਂ ਦੇ ਰਾਜਨੀਤਿਕ ਚੋਲੇ ਦੇ ਵਿੱਚ ਇਹ ਡਾਕੂ ਲੋਕ ਹੈ,
ਇਹ ਆਪ ਦੇ ਵਿੱਚ ਇਹਨਾਂ ਦੇ ਕੁਝ ਪਤਾ ਨਹੀਂ ਕਿੱਥੋਂ ਕੰਨ ਮੌਜੂਦ ਆ ਜਿਹੜੇ ਪਹਿਲਾਂ ਰਾਜੇ ਮਹਾਰਾਜਾ 'ਚ ਹੁੰਦੇ ਸੀਗੇ, ਤੇ ਇਹ ਜਿਹੜੇ ਸਾਡੇ ਇੱਥੇ ਪਿਛਲੇ ਟਾਈਮ ਦੇ ਵਿੱਚ ਦੇਖਿਆ। ਤੁਸੀਂ ਦੱਸਿਆ ਕਿ ਧਮਕੀ ਤਾਂ ਮਿਲੀ ਹੈ, ਮੈਂ ਪੁਲਿਸ ਨੂੰ ਸ਼ਿਕਾਇਤ ਵੀ ਨਹੀਂ ਕੀਤੀ, ਤੇ ਕੋਈ ਮਨਪ੍ਰੀਤ ਬਾਦਲ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਮਾਧਿਅਮ ਰਾਹੀਂ, ਕਿਉਂਕਿ ਬਾਦਲ ਸਾਹਿਬ ਅੱਜ ਕੱਲ੍ਹ ਬਠਿੰਡਾ 'ਚ ਤਾਂ ਨਹੀਂ ਮਿਲ ਰਹੇ ਸਾਨੂੰ? ਦੇਖੋ, ਮੈਂ ਉਸ ਬੰਦੇ ਨੂੰ 5 ਸਾਲ 'ਚ ਬਹੁਤ ਸੁਨੇਹੇ ਦਿੱਤੇ, ਕਿਸੇ ਸੁਨੇਹਾ ਦਾ ਜਵਾਬ ਆਇਆ? ਕਿਸੇ ਸੁਨੇਹੇ ਦਾ ਜਵਾਬ ਨਹੀਂ ਆਇਆ। ਮੇਰੇ ਸੁਨੇਹੇ ਦਾ ਕੀ, ਕਿਸੇ ਪੱਤਰਕਾਰ ਦਾ ਜਵਾਬ ਹੀ ਨਹੀਂ ਆਇਆ। ਤੁਸੀਂ ਦੱਸ ਦਿਓ ਕਿਸੇ ਪੱਤਰਕਾਰ ਦਾ ਜਵਾਬ ਆਇਆ? ਤੇ ਇਹ ਜੇ ਬੰਦੇ ਨੂੰ ਸੁਨੇਹਾ ਦੇਣ ਦੀ ਲੋੜ ਹੀ ਨਹੀਂ। ਹੁਣ ਸੁਨੇਹਾ ਦੇਣਾ ਅਸੀਂ ਜਿਹੜੇ ਮਾਧਿਅਮ ਆਪਣੇ ਕੋਲ ਹੈਗੇ ਉਹ ਹੀ ਸੁਨੇਹਾ ਦੇਵਾਂਗੇ। ਸੁਨੇਹਾ ਤਾਂ ਕਦੇ ਫਿਰ ਪਿਛਲੇ ਇਲੈਕਸ਼ਨ 'ਚ ਲੋਕਾਂ ਨੇ ਵੀ ਦੇ ਦਿੱਤਾ। ਲੋਕਾਂ ਨੂੰ ਵੀ ਦਿੱਤਾ। ਚਲੋ, ਇਹ ਸਨ ਸਰੂਪ ਸਿੰਘ ਸਿੰਗਲਾ ਜੀ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਇਨਡਾਇਰੈਕਟਲੀ ਤੌਰ 'ਤੇ ਕਿਸੇ ਹੋਰ ਬੰਦੇ ਦੇ ਥਰੂ ਮਨਪ੍ਰੀਤ ਬਾਦਲ ਨੇ ਧਮਕੀ ਦਿੱਤੀ ਹੈ ਕਿ ਮਤਲਬ ਸੰਭਲ ਜੋ, ਨਹੀਂ ਤਾਂ ਉਹ ਵੱਡੇ ਬੰਦੇ ਨੇ, ਤੁਹਾਡਾ ਨੁਕਸਾਨ ਕਰ ਸਕਦੇ ਨੇ। ਇਹਨੂੰ ਆਪਾਂ ਡਾਇਰੈਕਟ ਧਮਕੀ ਤਾਂ ਨਹੀਂ ਕਹਿ ਸਕਦੇ। ਚਲੋ, ਇਹ ਸਿੰਗਲਾ ਜੀ ਨੂੰ ਲੱਗਦਾ ਕਿ ਇਹ ਧਮਕੀ ਉਹਨਾਂ ਵੱਲੋਂ ਹੀ ਆਈ ਸੀ, ਵੀ ਇਸ ਦੀ ਮੈਂ ਸ਼ਿਕਾਇਤ ਕੋਈ ਨਹੀਂ ਕੀਤੀ, ਪਰ ਅੱਗੇ ਮੈਂ ਇਸ ਚੀਜ਼ ਤੋਂ ਡਰਦਾ ਵੀ ਨਹੀਂ ਆ। ਜੇ ਲੋੜ ਪਈ ਤਾਂ ਜਿਹੜਾ ਉਹ ਕਾਮਨ ਪਰਸਨ ਹੈ ਉਹਦਾ ਨਾਮ ਵੀ ਨਸ਼ਰ ਕੀਤਾ ਜਾਵੇਗਾ ਜਲਦੀ। ਧੰਨਵਾਦ।